सत श्री अकाल। पंजाब स्टार टीवी वेख रहे सारे दर्शकों का स्वागत है। मैं हाँ कमलरीत कौर लेके हाजिर हाँ प्रोग्राम स्पैशल रिपोर्ट दे विच अज विचार चर्चा करांगे नशे के मुद्दे बारे। पंजाब दे विच जिस तरीके दे नाल पंजाब दे उत्ते नशे का कलंक लगता रहा और जिहड़े वड्डे वड्डे राजसी आगू ने उन्हां दी जिहड़ी हिस्सेदारी है नशे के सुदागरां दे नाल समय समय ते सामने आउंदी रही ते अज फिर एक बार अकाली दल इस्त्री विंग दे एक महिला जिहड़ी नेता है उसके घर दे विचों 1.5 करोड़ रुपए की हैरोइन बरामद हुई है। समय समय ਦੀਆਂ ਸਰਕਾਰਾਂ ਦੇ ਵਿੱਚ ਉਹਨਾਂ ਦੇ ਰਾਜਨੇਤਾਵਾਂ ਦੇ ਕਿਤੇ ਕਿਸੇ ਨਾ ਕਿਸੇ ਡਰੱਗ ਤਸਕਰ ਦੇ ਨਾਲ ਸੰਬੰਧ ਉਜਾਗਰ ਹੁੰਦੇ ਰਹੇ ਨੇ ਜਾਂ ਸਿੱਧੇ ਤੌਰ ਤੇ ਉਹਨਾਂ ਦੀ ਡਰੱਗ ਤਸਕਰੀ ਦੇ ਵਿੱਚ ਜਿਹੜੀ ਸ਼ਮੂਲੀਅਤ ਹੈ ਉਹ ਸਾਹਮਣੇ ਆਉਂਦੀ ਰਹੀ ਹੈ। ਇਸ ਮਸਲੇ ਦੇ ਉੱਤੇ ਵਿਸਥਾਰਪੂਰਵਕ ਚਰਚਾ ਕਰਾਂਗੇ। ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ। ਸਰ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਕਮਲ ਜੀ। सर नशा पंजाब दे विच चोन मैनीफेस्टो च भी मुद्दा बन गया है। इस कदर पंजाब दे विच नशा हावी हो गया है कि चोन मैनीफेस्टो दे विच वादे कर करके सरकारां बनाईयां चाहदियां ने, पर जदों सरकारां बन जांदियां ने उस वेले उसे ही सरकार दे नुमाइंदियां दे किते ना किते ड्रग तस्करां दे नाल जिहड़े संबंध ने उजागर हुंदे ने या फिर जिहड़ियां साबका सरकारां हुंदियां ने शरेआम उन्हां दे जिहड़े राजसी आगू ने उन्हां दे भी किते ना किते नशा तस्करां दे नाल जिहड़ी शमूलीयत है उहदे संबंध सामने आउंदे ने। एवें ही अज अकाली दल इस्त्री विंग दी महिला नेता दे नाल होया है जिन्हां दे घरों 1.5 करोड़ रुपया हैरोइन बरामद हुई है। 1.5 करोड़ की हैरोइन बरामद हुई है। 1.5 करोड़ कमल जी देखो ਜਿਹੜੇ ਤੁਸੀਂ ਡਰੱਗ ਦੀ ਗੱਲ ਕੀਤੀ ਹੈ ਨਾ, ਅਸਲ ਵਿੱਚ ਇਹਦਾ ਕਾਰੋਬਾਰ ਉਦੋਂ ਸ਼ੁਰੂ ਹੁੰਦਾ ਹੈ ਵੱਡੇ ਪੱਧਰ ਤੇ ਸਮਗਲਿੰਗ ਸ਼ੁਰੂ ਹੁੰਦੀ ਆ ਜਦੋਂ ਜਿਹੜੇ ਤੁਹਾਡੇ ਰਵਾਇਤੀ ਨਸ਼ੇ ਸੀਗੇ ਨਾ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ। ਆਪਾਂ ਇਹ ਨਹੀਂ ਗੱਲ ਕਹਿੰਦੇ ਵੀ ਜਿਹੜੇ ਰਵਾਇਤੀ ਨਸ਼ੇ ਆ ਉਹ ਖਾਣੇ ਚਾਹੀਦੇ ਆ ਕਰਨੇ ਚਾਹੀਦੇ ਆ। ਮੇਰਾ ਕਹਿਣ ਦਾ ਮਤਲਬ ਇਹ ਨਹੀਂ ਹੈਗਾ। ਮਤਲਬ ਤੁਸੀਂ ਦੇਖੋ ਰਾਜਸਥਾਨ ਦੇ ਵਿੱਚ ਭੁੱਕੀ ਪੋਸਤ ਡੋਡਾ ਜਾਂ ਤੁਸੀਂ ਮਹਾਰਾਸ਼ਟਰ 'ਚ ਜਾਓਗੇ ਜਾਂ ਤੁਸੀਂ ਜਦੋਂ ਆਪਾਂ ਉੱਧਰ ਨੰਦੇੜ ਸਾਹਿਬ ਕਿੰਨੇ ਨੂੰ ਜਾਂਦੇ ਆ ਉੱਥੇ ਹਰ ਤਰ੍ਹਾਂ ਦੀ ਜਿਹੜੀ ਭੁੱਕੀ ਆ ਪੋਸਤ ਆ ਉਹ ਵਿਕ ਰਹੀ ਆ, ਉਹਨਾਂ ਦੇ ਲਾਇਸੈਂਸ ਮਿਲ ਰਹੇ ਨੇ। ਪੰਜਾਬ ਦੇ ਵਿੱਚ ਜਿਹੜੀ ਭੁੱਕੀ ਆ ਫੀਮ ਆ ਇਹਦਾ ਸਾਰਾ ਸਿਸਟਮ ਹੋ ਗਿਆ ਬੰਦ। ਜਿਹੜੇ ਲੋਕ ਘਰਾਂ ਦੇ ਵਿੱਚ ਸ਼ਰਾਬ ਕੱਢਦੇ ਸੀਗੇ ਉਹ ਘਰ ਦੇ ਵਿੱਚੋਂ ਸ਼ਰਾਬ ਕੱਢਣ ਵੀ ਸਰਕਾਰ ਨੇ ਬੰਦ ਕਰ ਦਿੱਤੀ। ਉਹ ਤੋਂ ਬਾਅਦ ਇਹਨਾਂ ਪੈਸੇ ਕਮਾਉਣ ਦੀ ਹੋੜ ਦੇ ਵਿੱਚ ਜਿਹੜੇ ਵੱਡੇ ਲੋਕ ਆ ਉਹਨਾਂ ਨੇ ਆਪਣੇ ਕਾਰੋਬਾਰ ਸੈੱਟ ਕੀਤੇ ਨੇ। ਨੰਬਰ 1 ਤਾਂ ਪਹਿਲੀ ਗੱਲ ਇਹ ਆ ਕਿਉਂਕਿ ਜਦੋਂ ਤੁਸੀਂ ਦਿਨੋਂ ਦਿਨ ਅਮੀਰ ਹੋਣ ਦੀ ਵੀ ਅਸੀਂ ਅਮੀਰ ਹੋਣ ਦੀ ਤੁਹਾਡੇ 'ਚ ਲਾਲਸਾ ਵੱਧ ਜਾਵੇ ਫਿਰ ਉਹਦੇ 'ਚ ਜਾਇਜ਼ ਨਜਾਇਜ਼ ਕੁਝ ਨਹੀਂ ਦੇਖਿਆ ਜਾਂਦਾ। ਚਾਹੇ ਉਹ ਸ਼ਰਾਬ ਦੀ ਗੱਲ ਹੋਵੇ, ਚਾਹੇ ਅਫੀਮ ਭੁੱਕੀ ਦੀ ਗੱਲ ਹੋਵੇ, ਚਾਹੇ ਜਿਹੜਾ ਤੁਸੀਂ ਚਿੱਟੇ ਦਾ ਕਾਰੋਬਾਰ ਕਹਿ ਰਿਹਾ ਨਸ਼ਾ ਇਹਦੀ ਗੱਲ ਕਰ ਲਓ। ਪਿਛਲੇ 2-2.5 ਦਹਾਕਿਆਂ ਤੋਂ ਜਿੰਨੀ ਵੱਡੀ ਪੱਧਰ 'ਤੇ ਪੰਜਾਬ ਨੂੰ ਲੈ ਕੇ ਨਸ਼ਿਆਂ ਦੇ ਨਾਮ ਪਰ ਬਦਨਾਮ ਕੀਤਾ ਗਿਆ ਜਾਂ ਪੰਜਾਬ 'ਚੋਂ ਨਸ਼ੇ ਬਰਾਮਦ ਹੋਏ ਨੇ ਜਾਂ ਨਸ਼ੇ ਦੀ ਤਸਕਰੀ ਹੋ ਰਹੀ ਆ ਉਹ ਮੈਨੂੰ ਨਹੀਂ ਲੱਗਦਾ ਪਿਛਲੇ ਜਿਹੜੇ 50-60 ਸਾਲ ਆ ਉਹਨੂੰ ਸਭ ਨੂੰ ਮਾਤ ਪਾ ਗਏ। ਜਦੋਂ ਕਾਂਗਰਸ ਦੇ ਜਿਹੜੇ ਸਾਬਕਾ ਪ੍ਰਧਾਨ ਨੇ ਰਾਹੁਲ ਗਾਂਧੀ ਜੀ ਆਉਂਦੇ ਆ ਉਹਨਾਂ ਨੇ ਇੱਕ ਗੱਲ ਕਹੀ ਆ ਕਿ ਪੰਜਾਬ ਦੇ ਵਿੱਚ 70% ਜਿਹੜੇ ਨੌਜਵਾਨ ਆ ਉਹ ਨਸ਼ੇ ਦੇ ਆਦੀ ਆ ਜਾਂ ਨਸ਼ਾ ਤਾਂ ਪੰਜਾਬ ਦੇ ਸਾਰੇ ਲੀਡਰਾਂ ਨੇ ਉਹਨਾਂ ਦੀ ਬਹੁਤ ਵੱਡੀ ਪੱਧਰ 'ਤੇ ਆਲੋਚਨਾ ਕੀਤੀ ਸੀਗੀ ਕਿ ਹੋਈ। ਫਿਰ ਪੰਜਾਬ ਦੇ ਨਾਂ ਪਰ ਉੜਤਾ ਪੰਜਾਬ ਜਿਹੜੀ ਫਿਲਮ ਬਣੀ ਆ ਨਸ਼ਿਆਂ ਨੂੰ ਲੈ ਕੇ ਹੈ ਨਾ ਕਿਵੇਂ ਉਹਦੇ 'ਚ ਦਿਖਾ ਰਿਹਾ। ਹੁਣ ਇਹ ਸਾਰੇ ਮਾਮਲੇ ਦੇ ਵਿੱਚ ਜਿਹੜਾ ਤੁਸੀਂ ਕਹਿ ਰਿਹਾ ਵੀ ਹੁਣ ਇੱਕ ਔਰਤ ਫੜੀ ਗਈ ਆ, ਇਹ ਤੋਂ ਪਹਿਲਾਂ ਇੱਕ ਡਰੱਗ ਤਸਕਰ ਦੇ ਮਾਮਲੇ 'ਚ ਰੁਸਤਮੇ ਹਿੰਦਰ ਹੈ ਪਹਿਲਵਾਨ, ਠੀਕ ਆ, ਜਗਦੀਸ਼ ਭੋਲਾ ਉਹ ਵੀ ਫੜਿਆ ਜਾਂਦਾ। ਇਹ ਕਿਤੇ ਨਾ ਕਿਤੇ ਜਿਹੜੀ ਇਹ ਸਾਰੀ ਮਿਲੀ ਭੁਗਤ ਨਾਲ ਚੱਲਦਾ। ਇਹਦੇ ਵਿੱਚ ਜਿਹੜਾ ਪੁਲਿਸ ਦਾ ਰਾਜਨੀਤਿਕ ਲੋਕਾਂ ਦਾ ਜਾਂ ਜਿਹੜੇ 2 ਨੰਬਰ ਦੇ ਕਾਰੋਬਾਰ ਕਰਨ ਵਾਲੇ ਆ ਡਰੱਗ ਤਸਕਰਾਂ ਦਾ ਇੱਕ ਨੈਕਸਸ ਬਣਿਆ ਹੋਇਆ। ਇਕੱਲਾ ਬੰਦਾ ਕੋਈ ਨਹੀਂ ਵੇਚ ਸਕਦਾ। ਜੇ ਪੁਲਿਸ ਚਾਹੇ ਤਾਂ ਚਿੜੀ ਵੀ ਜਿਹੜੀ ਕਹਿੰਦੇ ਹੁੰਦਾ ਵੀ ਫਾਰਾ ਉਹ ਵੀ ਨਹੀਂ ਮਾਰ ਸਕਦੀ। ਕਿਤੇ ਨਾ ਕਿਤੇ ਸਾਰਾ ਕੁਝ ਮਿਲੀ ਭੁਗਤ ਨਾਲ ਹੋ ਰਿਹਾ ਹੈ ਤਾਂ ਕਿ ਜਿਹੜਾ ਇਹਦਾ ਵੱਡੇ ਪੱਧਰ 'ਤੇ ਜਿਹੜਾ ਪ੍ਰਸਾਰ ਹੋ ਰਿਹਾ। ਹੁਣ ਉਹ ਜਿਹੜੀ ਤੁਸੀਂ ਇੱਕ ਔਰਤ ਦੀ ਗੱਲ ਕੀਤੀ ਹੈ ਕਿ ਇੱਕ ਔਰਤ ਫੜੀ ਗਈ ਹੈ, ਇਹ ਵੀ ਸਾਰਾ ਦਿਨੋਂ ਦਿਨ ਅਮੀਰ ਬਣਨ ਦੀ ਗੱਲ ਹੋ ਰਹੀ ਹੈ। ਤੁਸੀਂ ਘੱਟ ਪੈਸਿਆਂ ਦੀ ਚੀਜ਼ ਲਿਆ ਕੇ ਉਹਦੇ 'ਚ ਮਿਲਾਵਟ ਪਾ ਕੇ ਤੁਸੀਂ ਉਹਨੂੰ ਅੱਗੇ ਤੇ ਅੱਗੇ ਵੇਚ ਰਿਹਾ, ਲਾਲਚ ਦੇ ਵਿੱਚ ਲਾ ਰਿਹਾ। ਇਹ ਬਹੁਤ ਵੱਡੇ ਪੱਧਰ ਦਾ ਜਿਹੜਾ ਪ੍ਰਸਾਰ ਆ ਪੰਜਾਬ ਦੇ ਵਿੱਚ ਫੈਲਿਆ ਹੋਇਆ ਜਿਹੜਾ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਬਹੁਤ ਖਰਾਬ ਕਰ ਰਿਹਾ। ਇਕੱਲੀ ਨੌਜਵਾਨ ਪੀੜ੍ਹੀ ਦੇ ਵਿੱਚ ਆਪਾਂ ਇਕੱਲੇ ਨੌਜਵਾਨਾਂ ਦੀ ਗੱਲ ਨਹੀਂ ਕਰ ਸਕਦੇ, ਮੁੰਡਿਆਂ ਦੀ ਗੱਲ ਨਹੀਂ ਕਰਦੇ। ਜਿਵੇਂ ਇਹ ਪਿਛਲੇ ਦਿਨਾਂ ਦੇ ਵਿੱਚ ਸਟੱਡੀ ਆਈ ਆ ਜਾਂ ਦੇਖਿਆ ਆਪਾਂ ਨੇ ਜਿਹੜੀਆਂ ਕੁੜੀਆਂ
ਉਹ ਵੀ ਡਰੱਗ ਦਾ ਇਸਤੇਮਾਲ ਕਰ ਰਹੀਆਂ ਜਾਂ ਦੇਖਿਆ ਜਾਂਦਾ ਵੀ ਉਹਨਾਂ ਨੂੰ ਲਾ ਦਿੱਤਾ ਜਾਂਦਾ। ਆਪਾਂ ਇਹ ਨਹੀਂ ਗੱਲ ਕਹਿੰਦੇ ਕਿ ਉਹ ਆਦੀ ਨੇ, ਪਰ ਸ਼ੁਰੂਆਤੀ ਦਿਨਾਂ ਦੇ ਵਿੱਚ ਉਹਨਾਂ ਨੂੰ ਲਾ ਦਿੱਤਾ ਜਾਂਦਾ ਤੇ ਹੌਲੀ ਹੌਲੀ ਜਿਹੜਾ ਨਸ਼ਾ ਹੈ ਫਿਰ ਉਹਨਾਂ ਦੀ ਇੱਕ ਆਦਤ ਬਣ ਜਾਂਦਾ, ਕਮਜ਼ੋਰੀ ਬਣ ਜਾਂਦਾ। ਇਹਦੇ ਸਾਰੇ ਪਾਸੇ ਸਾਰੇ ਮਾਮਲੇ ਨੂੰ ਲੈ ਕੇ ਜਿਹੜੀਆਂ ਸਾਡੇ ਮਨੋਵਿਗਿਆਨੀ ਨੇ, ਡਾਕਟਰ ਨੇ ਜਾਂ ਪੋਲੀਟੀਕਲ ਲੋਕ ਨੇ, ਇਹਨਾਂ ਨੂੰ ਸਾਰਿਆਂ ਨੂੰ ਇਸ ਪਾਸੇ ਵੱਲ ਨਿਚੋੜ ਕੱਢਣ ਦੀ ਲੋੜ ਆ, ਇਸ ਮਸਲੇ ਦੀ ਹੱਲ ਕਰਨ ਦੀ ਲੋੜ ਆ। ਹੁਣ ਇਹਦਾ ਚਲੋ ਇਹਨਾਂ ਕੋਲ ਜਿਹੜਾ ਚਿੱਟਾ ਫੜਿਆ ਜਾਂ ਦੂਜਾ ਸਮਾਨ ਫੜਿਆ, ਪਿਛਲੇ ਹੁਣ ਜਦੋਂ ਲੋਕਡਾਊਨ ਲੱਗਿਆ ਹੋਇਆ ਸੀਗਾ ਕੁਝ ਮਹੀਨੇ ਪਹਿਲਾਂ, ਖੰਨੇ ਦੇ ਵਿੱਚ, ਰਾਜਪੁਰਾ ਦੇ ਵਿੱਚ, ਪਟਿਆਲਾ ਜ਼ਿਲ੍ਹੇ ਦੇ ਵਿੱਚ ਸ਼ਰਾਬ ਦੀਆਂ ਫੈਕਟਰੀਆਂ ਬਣੀਆਂ। ਉਹ ਕਿਹਨਾਂ ਲੋਕਾਂ ਕੋਲੋਂ ਫੜੀਆਂ? ਕਿਆ ਉਹਨਾਂ ਲੋਕਾਂ ਦੇ ਕੋਲ ਕੋਈ ਕਾਰਵਾਈ ਹੋਈ? ਕੁਝ ਮਹੀਨੇ ਪਹਿਲਾਂ ਹੀ ਜਦ ਆਪਾਂ ਦੇਖ ਰਹੇ ਆ ਪਿਛਲੇ ਮਾਰਚ ਦੇ ਵਿੱਚ ਦੇ ਨੇੜੇ ਤੇੜੇ ਜੇ ਆਪਾਂ ਦੇਖ ਰਹੇ ਆ ਕਿ ਅੰਮ੍ਰਿਤਸਰ, ਗੁਰਦਾਸਪੁਰ ਉੱਧਰਲੇ ਏਰੀਏ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਿੰਨੇ ਲੋਕਾਂ ਦੀ ਮੌਤ ਹੁੰਦੀ ਹੈ। 130 ਦੇ ਕਰੀਬ ਲੋਕ ਆ ਜਿਹੜੇ ਉਹ ਅਣਿਆਈ ਮੌਤ ਮਰੇ ਨੇ ਸ਼ਰਾਬ ਦੇ ਪੀ ਕੇ। ਚਾਹੇ ਸਸਤੀ ਸ਼ਰਾਬ ਕਹਿ ਲਓ, ਚਾਹੇ ਜ਼ਹਿਰੀਲੀ ਸ਼ਰਾਬ ਕਹਿ ਲਓ, ਜਾਂ ਉਹਦੇ ਵਿੱਚ ਇਹ ਕਹਿ ਲਓ ਵੀ ਕੋਈ ਮਾਤਰਾ ਵੱਧ ਪਈ ਹੋਣੀ ਹੈ, ਉਹਨਾਂ ਦੀ ਮੌਤ ਹੋਈ ਨੇ। ਇਹ ਜਿਹੜਾ ਡਰੱਗ ਦਾ ਕਾਰੋਬਾਰ ਆ ਇਹ ਬਹੁਤ ਵੱਡੇ ਪੱਧਰ 'ਤੇ ਫੈਲਿਆ ਹੋਇਆ ਹੈ, ਦਿਨੋਂ ਦਿਨ ਅਮੀਰ ਹੋਣ ਦੀ ਲਾਲਸਾ ਦੇ ਵਿੱਚ ਹੋ ਰਿਹਾ ਹੈ। ਜੇਕਰ ਆਪਾਂ ਗੱਲ ਸ਼ੁਰੂਆਤੀ ਦੇ ਵਿੱਚ ਜਿਹੜੀ ਕੀਤੀ ਸੀਗੀ ਵੀ ਰਵਾਇਤੀ ਜਿਹੜੇ ਨਸ਼ੇ ਆ, ਮੈਨੂੰ ਲੱਗਦਾ ਜੇ ਉਹਨਾਂ ਦੀ ਖੁੱਲ੍ਹ ਹੋ ਜਾਵੇ ਜਾਂ ਉਹ ਪੰਜਾਬ ਦੇ ਵਿੱਚ ਉਪਲਬਧ ਹੋਣ ਲੱਗ ਜਾਣ ਤਾਂ ਉਹ ਨਸ਼ੇ ਆ ਜਿਹੜੀ ਇਹ ਸਿੰਥੈਟਿਕ ਡਰੱਗ ਤਿਆਰ ਕੀਤੀ ਜਾਂਦੀ ਆ ਉਹਨੂੰ ਠੱਲ ਪਾਈ ਜਾ ਸਕਦੀ ਆ। ਹੁਣ ਜਿਹੜੇ ਇਹ ਪੈਸਾ ਹੈ ਇਕੱਠਾ ਹੁੰਦਾ ਉਹ ਫਿਰ ਵੋਟਾਂ ਦੇ ਵਿੱਚ ਵਰਤਿਆ ਜਾਂਦਾ। ਵੋਟਾਂ ਦੇ ਵਿੱਚ ਹਰ ਤਰ੍ਹਾਂ ਦੀ 2 ਨੰਬਰ ਦੀ ਦਾਰੂ ਵਰਤਾਈ ਜਾਂਦੀ ਆ, ਪੈਸਾ ਵਰਤਾਇਆ ਜਾਂਦਾ, ਨਸ਼ੇ ਦੀ ਵੰਡ ਕੀਤੀ ਜਾਂਦੀ ਆ। ਕਿਤੇ ਨਾ ਕਿਤੇ ਲੋਕ ਆ ਜਿਹੜੇ ਉਹ ਵੀ ਘੱਟ ਨਹੀਂ ਹੈਗੇ, ਜਿੱਥੇ ਪੋਲੀਟੀਕਲ ਸਿਸਟਮ ਦੇ ਵਿੱਚ ਕਰਪਟ ਆਇਆ ਹੈ ਜਾਂ ਡਰੱਗ ਤਸਕਰੀ ਦੇ ਵਿੱਚ ਪੋਲੀਟੀਕਲ ਲੋਕਾਂ ਦੀ ਇਨਵੋਲਵਮੈਂਟ ਹੋ ਰਹੀ ਆ, ਉਹਨਾਂ ਨਾਲ ਮਿਲੀ ਭੁਗਤ ਸਾਹਮਣੇ ਰਿਹਾ, ਤਾਂ ਲੋਕ ਵੀ ਆ ਜਿਹੜੇ ਆਪਣੇ ਆਪ ਨੂੰ ਸੁਚੇਤ ਹੋਣ ਦੀ ਜ਼ਰੂਰਤ ਆ। ਲੋਕ ਨਾ ਖਰੀਦਣ, ਲੋਕ ਆਪਣੇ ਆਪ ਨੂੰ ਸੁਚੇਤ ਹੋਣ, ਨਾ ਸਮਾਨ ਖਾਣ, ਫਿਰ ਕਿੱਥੇ ਵੇਚਣਗੇ? ਹੁਣ ਹੁੰਦਾ ਕੀ ਹੈ ਜੀ, ਸਪਲਾਈ। ਆਪਾਂ ਨਸ਼ੇ ਦੀ ਗੱਲ ਕਰ ਰਹੇ ਹਾਂ ਤੇ ਲੰਘੇ ਦਿਨੀ ਕੈਨੇਡਾ ਦੇ ਵਿੱਚ ਇੱਕ ਵੱਡਾ ਜਿਹੜਾ ਡਰੱਗ ਰੈਕੇਟ ਹੈ ਉਹ ਫੜਿਆ ਗਿਆ, ਔਰ ਸਭ ਤੋਂ ਵੱਡੀ ਗੱਲ ਉਸ ਦੇ ਵਿੱਚ ਸਭ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਇਨਵੋਲਵ ਨੇ, ਯਾਨੀ ਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਪੰਜਾਬੀ ਜਿਹੜਾ ਹੈ ਨਸ਼ਿਆਂ ਦਾ ਕਾਰੋਬਾਰ ਕਰਨਾ ਪਸੰਦ ਕਰਦੇ ਨੇ। ਦੇਖੋ, ਚਾਹੇ ਵਿਦੇਸ਼ ਹੋਵੇ, ਚਾਹੇ ਦੇਸ਼ ਹੋਵੇ, ਜਾਂ ਪੰਜਾਬ ਹੋਵੇ, ਇਹ ਜਿਹੜੇ ਕੋਈ ਵੀ ਕੰਮ ਆ 2 ਨੰਬਰ ਦਾ, ਇਹ ਲੜੀਬੱਧ ਨੱਕਾ ਹੁੰਦਾ, ਕੜੀ ਨਾਲ ਕੜੀ ਮਿਲਾ ਕੇ ਕੰਮ ਹੁੰਦਾ। ਇਹ ਤਾਂ ਹੈ ਨਹੀਂ ਵੀ ਇੱਥੇ ਤੋਂ ਆਪਾਂ ਉਰੇ ਬੈਠੇ ਆ ਵੀ ਸਾਨੂੰ ਕੋਈ ਬੰਦਾ ਸਮਾਨ ਦੇ ਕੇ ਜਾਊਗਾ, ਅੱਗੇ ਅਸੀਂ ਕਿਸੇ ਨੂੰ ਫੜਾਉਂਗੇ, ਫਿਰ ਉਹ ਅੱਗੇ ਫੜਾਊਗਾ ਤਾਂ ਹੀ ਗੱਲ ਚੱਲੂਗੀ ਨਾ। ਇਕੱਲਾ ਬੰਦਾ ਤਾਂ ਇਹ ਹੈ ਨਹੀਂ ਵੀ ਦੁਕਾਨ ਪਰ ਸਮਾਨ ਵਿਕਦਾ ਉੱਥੇ ਜਾ ਕੇ ਕੋਈ ਲਵੇ। ਜਾਂ ਤਾਂ ਜਿਵੇਂ ਠੇਕੇ ਖੁੱਲ੍ਹੇ ਹੋਏ ਨੇ, ਜਗ੍ਹਾ ਜਗ੍ਹਾ ਠੇਕੇ ਖੁੱਲ੍ਹੇ ਹੋਏ ਆ, ਸਰਕਾਰ ਨੇ ਲਾਇਸੈਂਸ ਦਿੱਤੇ ਹੋਏ, ਸਰਕਾਰ ਉਹ ਲਾਇਸੈਂਸ ਦੇ ਦੇਵੇ, ਫਿਰ ਉੱਥੇ ਤੇ ਹਰ ਜਗ੍ਹਾ ਦਾ ਸਮਾਨ ਉਪਲਬਧ ਹੋ ਜਾਊਗਾ। ਇਹ ਹੋ ਨਹੀਂ ਰਿਹਾ। ਇਹ ਜਿਹੜਾ ਲੁਕਵਾਂ ਕਾਰੋਬਾਰ ਹੋ ਰਿਹਾ ਹੈ, 2 ਨੰਬਰ ਦਾ ਕਾਰੋਬਾਰ ਹੋਇਆ, ਉਹ ਇਸੇ ਕਰਕੇ ਹੋ ਰਿਹਾ ਹੈ ਕਿ ਇਹਨਾਂ ਦੀ ਜਿਹੜੀ ਸਪਲਾਈ ਆ ਉਹ ਬਹੁਤ ਘੱਟ ਤੇ ਚੋਰੀ ਛਿਪੇ ਹੋ ਰਹੀ ਆ। ਜਦੋਂ ਤੁਹਾਨੂੰ ਸਪਲਾਈ ਘੱਟ ਹੁੰਦੀ ਆ ਤਾਂ ਉਹਦੀ ਡਿਮਾਂਡ ਆ ਜਿਹੜੀ ਵੱਧ ਜਾਂਦੀ ਹੈ ਤੇ ਉਹਦਾ ਪੈਸਾ ਵੀ ਵੱਧ ਜਾਂਦਾ। ਫਿਰ ਉਹ 1000 ਦਾ 5000 ਬਣ ਕੇ ਨਿਕਲਣਾ ਜਦੋਂ, ਤਾਂ ਉਸ ਲਾਲਚ ਦੇ ਵਿੱਚ ਸਾਰੇ ਆ ਜਾਂਦੇ ਆ। ਹੁਣ ਵਿਦੇਸ਼ਾਂ ਦੇ ਵਿੱਚ ਪਹਿਲੀ ਵਾਰੀ ਤੁਸੀਂ ਜਿਹੜੀ ਵਿਦੇਸ਼ਾਂ ਦੀ ਗੱਲ ਕੀਤੀ, ਪੰਜਾਬੀ ਉਹਨਾਂ ਦੇ ਵਿੱਚ ਨਾਮ ਆਏ ਨੇ। ਹੁਣ ਉਹ ਵਿਦੇਸ਼ਾਂ 'ਚ ਗਏ ਹੋਏ, ਜੇ ਕੰਮ ਨਾ ਮਿਲਦਾ ਹੋਵੇ ਜਾਂ ਉਹ ਰੋਜੀ ਰੋਟੀ ਵਾਸਤੇ ਉੱਥੇ ਰੁਲ ਰਹੇ ਨੇ, ਤਾਂ ਫਿਰ ਉਹਨਾਂ ਨੂੰ ਇਹ ਲੱਗਦਾ ਵੀ ਕਿ ਇਹ ਸੌਖਾ ਧੰਦਾ ਹੈ, ਵੀ ਕਿਹੜੇ ਕੁਛ ਪਤਾ ਲੱਗਦਾ। ਪਹਿਲਾਂ ਸ਼ੁਰੂਆਤੀ ਉਹ ਥੋੜ੍ਹੇ ਪੈਸਿਆਂ ਵਾਸਤੇ ਕਰਦੇ ਨੇ, ਬਾਅਦ 'ਚੋਂ ਜਿਉਂ ਉਹਨਾਂ ਕੋਲ ਪੈਸਾ ਆਉਂਦਾ ਫਿਰ ਉਹਨਾਂ ਦੀ ਜਿਹੜੀ ਲਾਲਚ ਆ ਉਹ ਵੀ ਵੱਧਦਾ ਜਾਂਦਾ। ਜੇ ਉਹ ਲਾਲਚ ਇੰਨਾ ਵੱਡੇ ਪੱਧਰ 'ਤੇ ਫੈਲਦਾ, ਪਰ ਉਹ ਕਿਤੇ ਨਾ ਕਿਤੇ ਦਿਨ ਪੁਲਿਸ ਦੇ ਸਕੰਜੇ ਵਿੱਚ ਆ ਜਾਂਦੇ ਆ। ਪਰ ਜੋ ਕੁਛ ਮਰਜ਼ੀ ਆ, ਜਿਹੜਾ 2 ਨੰਬਰ ਦਾ ਕਾਰੋਬਾਰ ਆ, ਤੁਸੀਂ ਚੋਰੀ ਹੋਈ, ਆਸ਼ਕੀ ਹੋਈ, ਲੁੱਟ ਖੋਹ ਹੋਈ, ਕਤਲ ਹੋਇਆ, ਇਹ ਲੁਕਿਆ ਤਾਂ ਲੁਕਾਏ ਨਹੀਂ ਰਹਿਣੇ ਨਹੀਂ, ਇਹ ਕਿਤੇ ਨਾ ਕਿਤੇ ਫਸੇ ਜਾਂਦੇ ਆ। ਜਿਵੇਂ ਆਪਾਂ ਹੁਣ ਥੋੜ੍ਹੀ ਦੇਰ ਪਹਿਲਾਂ ਗੱਲ ਕੀਤੀ ਆ ਕਿ ਇੱਕ ਜਿਹੜੀ ਔਰਤ ਆ ਜਿਹਦਾ ਨਾਮ ਇੱਕ ਪਾਰਟੀ ਵਿਸ਼ੇਸ਼ ਨਾਲ ਜੁੜ ਰਿਹਾ, ਉਹ ਫੜੀ ਹੋਈ ਆ। ਅਤੇ ਪਿਛਲੇ ਦਿਨਾਂ ਦੇ ਵਿੱਚ ਇੱਕ ਹੋਰ ਸਰਪੰਚ ਆ ਜਿਹੜਾ ਖੰਨੇ ਦੇ ਨੇੜੇ ਦਾ ਸੀਗਾ, ਰਾਣੋਂ ਦਾ, ਉਹ ਵੀ ਫੜਿਆ ਗਿਆ, ਉਹਦੇ ਕੋਲ ਤੇ ਵੀ ਹੋਇਆ। ਇਹ ਸਾਰਾ ਕੁਝ ਕਿਤੇ ਨਾ ਕਿਤੇ ਜਿਹੜੀ ਨੈਕਸਸ ਨਿਕਲ ਕੇ ਸਾਹਮਣੇ ਆ ਰਹੀ ਆ, ਉਹ ਇਸੇ ਕਰਕੇ ਆ ਰਹੀ ਹੈ। ਜੇ ਪੁਲਿਸ ਸਖਤੀ ਨਾਲ ਕਾਰਵਾਈ ਕਰੇ, ਪੋਲੀਟੀਕਲ ਲੋਕ ਸਖਤ ਹੋ ਜਾਣ ਵੀ ਇਹਨਾਂ ਦੀ ਕਾਰਵਾਈ ਹੋ, ਉਹਨਾਂ ਦੀ ਮਦਦ ਨਾ ਕੀਤੇ, ਤਾਂ ਇਹਨੂੰ ਠੱਲ ਪਾਈ ਜਾ ਸਕਦੀ ਹੈ। ਠੱਲ ਪਾਉਣ ਦੀ ਜ਼ਰੂਰਤ ਆ, ਕਿਉਂਕਿ ਨਸ਼ੇ ਦੇ ਨਾਲ ਸਿਰਫ ਇਹੀ ਗੱਲ ਨਹੀਂ ਹੋ ਰਹੀ,
ਵੀ ਉਹਨਾਂ ਨੂੰ ਆਰਥਿਕ ਤੌਰ ਤੇ ਨੁਕਸਾਨ ਹੋ ਰਿਹਾ। ਨਸ਼ੇ ਦੇ ਨਾਲ ਸਾਡੀਆਂ ਜਿਹੜੀਆਂ ਪੀੜ੍ਹੀਆਂ ਦਾ ਨੁਕਸਾਨ ਹੋ ਰਿਹਾ, ਇਹ ਬਹੁਤ ਵੱਡਾ ਨੁਕਸਾਨ ਆ ਜਿਹੜਾ ਸੋਚਣ ਵਿਚਾਰਨ ਵਾਲੀ ਜਿਹੜੀ ਗੱਲ ਹੋ ਰਹੀ ਆ। ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਨਪੁੰਸਕ ਵੀ ਹੁੰਦੀ ਜਾ ਰਹੀ ਹੈ। ਜੋ ਪਿਛਲੇ ਦਿਨਾਂ 'ਚ ਅਸੀਂ ਰਿਪੋਰਟਾਂ ਵੀ ਪੜ੍ਹੀਆਂ, ਇਹਦੇ ਨਾਲ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ, ਕਤਲਾਂ ਦੀਆਂ ਵਾਰਦਾਤਾਂ ਹੋਈਆਂ, ਘਰਾਂ ਦੇ ਵਿੱਚ ਜਿਹੜੇ ਕਲੇਸ਼ ਪੈ ਰਿਹਾ, ਪਤਾ ਨਹੀਂ ਕਿੱਥੇ ਕਿੱਥੇ ਕੀ ਹੋ ਰਿਹਾ, ਇਹ ਸਾਰਾ ਕੁਝ ਡਿਊ ਟੂ ਡਰੱਗ ਹੋ ਰਿਹਾ ਹੈ। ਸਰ, ਆਪਰੇਸ਼ਨ ਕਲੀਨ ਦੀ ਗੱਲ ਕਰ ਲਈਏ। ਕਰੋਨਾ ਦੇ ਨਾਮ ਦੇ ਉੱਤੇ ਹੁਣ ਕਿਸਾਨਾਂ ਨੂੰ ਜਿਹੜਾ ਦਿੱਲੀ ਦੀਆਂ ਸਰਹੱਦਾਂ ਤੋਂ ਉਠਾਉਣ ਦੇ ਲਈ ਕੇਂਦਰ ਸਰਕਾਰ ਨੇ ਆਪਰੇਸ਼ਨ ਕਲੀਨ ਚਲਾਉਣ ਦਾ ਜਿਹੜਾ ਐਲਾਨ ਹੈ ਉਹ ਕੀਤਾ ਹੈ। ਔਰ ਅੱਜ ਆਪਰੇਸ਼ਨ ਕਲੀਨ ਨੂੰ ਜਿਹੜਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਜਾਂ ਵੱਡੀ ਗਿਣਤੀ 'ਚ ਕਿਸਾਨਾਂ ਨੇ ਅੰਗੂਠਾ ਦਿਖਾਇਆ ਔਰ ਆਪਰੇਸ਼ਨ ਲਲਕਾਰ ਦਾ ਨਾਮ ਦਿੱਤਾ ਹੈ। ਵੱਡੀ ਗਿਣਤੀ ਦੇ ਵਿੱਚ ਅੱਜ ਜਿਹੜੇ ਕਿਸਾਨ ਆਗੂ ਨੇ ਦਿੱਲੀ ਦੇ ਵੱਖ-ਵੱਖ ਬਾਰਡਰਾਂ ਵੱਲ ਰਵਾਨਾ ਹੋਏ ਨੇ। ਬਿਲਕੁਲ ਕਮਲ ਜੀ, ਜਿਹੜੇ ਪਿਛਲੇ ਦਿਨਾਂ 'ਚ ਆਪਾਂ ਨੇ ਜਦੋਂ ਇਹ ਡਿਸਕਸ ਕੀਤਾ ਸੀਗਾ ਕਿ ਕੇਂਦਰ ਸਰਕਾਰ ਨੇ ਹਰਿਆਣਾ ਸਰਕਾਰ ਦੀ ਜਿਹੜੀ ਡਿਊਟੀ ਲਾਈ ਆ, ਮੁੱਖ ਮੰਤਰੀ ਮਨੋਹਰ ਲਾਲ ਖੱਟੜ ਉਹਨਾਂ ਦੀ ਵੀ ਉੱਥੇ ਕਾਰਵਾਈ ਕੀਤੀ ਜਾਣੀ ਆ, ਕਿਸਾਨਾਂ ਨੂੰ ਸਮਝਾਇਆ ਜਾਣਾ। ਹੁਣ ਵੀ ਪਿਛਲੇ ਦਿਨਾਂ ਦੇ ਵਿੱਚ 2 ਦਿਨ ਪਹਿਲਾਂ ਹੀ ਸਰਕਾਰ ਨੇ ਕੁਝ ਜਿਹੜੇ ਆਪਣੇ ਬੁੱਧੀਜੀਵੀ ਤੇ ਕੁਝ ਲੋਕਾਂ ਦੀ ਡਿਊਟੀ ਲਾਈ ਆ ਕਿ ਕਿਸਾਨਾਂ ਤੇ ਨੂੰ ਸਮਝਾਉਣ ਦਾ ਯਤਨ ਕੀਤਾ ਜਾਵੇ। ਤੇ ਬੁੱਧੀਜੀਵੀਆਂ ਨੇ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਆ, ਮੋਦੀ ਸਰਕਾਰ ਨੂੰ, ਕਿ ਵੀ ਅੜੀ ਛੱਡੇ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਗੱਲ ਕਹੀ ਆ ਕਿਸਾਨਾਂ ਨੂੰ ਵੀ ਦੋਵੇਂ ਧਿਰਾਂ ਨੂੰ ਅੜੀ ਛੱਡ ਦੇਣੀ ਚਾਹੀਦੀ ਹੈ ਕਿ ਇਸ ਮਸਲੇ ਨੂੰ ਸੁਲਝਾਇਆ ਜਾਵੇ। ਆਪਾਂ ਉਦੋਂ ਵੀ ਗੱਲ ਕੀਤੀ ਸੀ ਕਿ ਸਰਕਾਰ ਨੇ ਹਰ ਤਰ੍ਹਾਂ ਦਾ ਹੋਣਾ ਜਿਹੜਾ ਕਿ ਹੀਲਾ ਵਸੀਲਾ ਵਰਤਣ ਦਾ ਯਤਨ ਕਰਨੇ ਨੇ, ਕਿਸਾਨਾਂ ਨੂੰ ਸਮਝਾਉਣ ਦਾ ਯਤਨ ਕਰਨਾ। ਜੇ ਕਿਸਾਨਾਂ ਨਹੀਂ ਸਮਝਦੇ ਤਾਂ ਉੱਥੇ ਧੱਕੇ ਨਾਲ ਉਹਨਾਂ ਨੂੰ ਖਦੇੜਨ ਦਾ ਯਤਨ ਕੀਤਾ ਜਾਵੇਗਾ। ਜਦੋਂ ਇਹ ਰਿਪੋਰਟਾਂ ਜਿਹੜੀਆਂ ਕਿਸਾਨਾਂ ਨੂੰ ਮਿਲਣੀਆਂ, ਕਿਸਾਨ ਯੂਨੀਅਨ ਦੇ ਆਗੂਆਂ ਨੂੰ ਮਿਲੀਆਂ, ਤਾਂ ਕਿ ਵੀ ਕਿਸਾਨਾਂ ਨੂੰ ਉੱਥੇ ਦੇ ਖਦੇੜਿਆ ਜਾ ਸਕਦਾ। ਸਰਕਾਰ ਆ ਜਿਹੜੀ ਉੱਥੇ ਫੌਜ ਦੀ ਜਾਂ CRPF ਦੀ ਜਾਂ ਜਿਹੜੇ ਅਰਧ ਸੈਨਿਕ ਬਲ ਨੇ ਉਹਨਾਂ ਦੀ ਵਰਤੋਂ ਕਰ ਸਕਦੀ ਆ। ਤਾਂ ਕਿਸਾਨਾਂ ਨੇ ਜਿਹੜੇ ਆਗੂ ਨੇ ਉਹਨਾਂ ਨੇ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਦੁਬਾਰਾ ਲੋਕਾਂ ਨੂੰ ਫਿਰ ਵੀ ਉੱਥੇ ਲਾਮਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਲਾਮਬੰਦ ਕੀਤੇ ਨੇ ਕਿ ਤੁਸੀਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਦੁਬਾਰਾ ਜਿਹੜੇ ਟਿੱਕਰੀ ਬਾਰਡਰ 'ਤੇ ਜਾਂ ਸਿੰਘੂ ਬਾਰਡਰ ਆ, ਗਾਜੀਪੁਰ ਬਾਰਡਰ ਵੀ ਉੱਥੇ ਪਹੁੰਚੋ। ਉਹਦੇ ਨਾਲ ਕੀ ਹੋ ਰਿਹਾ ਹੈ ਉੱਥੇ ਹੁਣ ਪਿਛਲੇ ਦਿਨਾਂ ਦੇ ਜਦੋਂ ਕਣਕ ਦੀ ਵਾਢੀ ਦਾ ਸੀਜ਼ਨ ਸੀਗਾ, ਕਿਉਂਕਿ ਇਹ ਸੀਜ਼ਨ ਇਹੀ ਹੁੰਦਾ, ਉਹ ਉੱਥੇ ਦੇ ਕਿਸਾਨ ਆ ਜਿਹੜੇ ਵੱਡੀ ਗਿਣਤੀ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਆ ਗਏ, ਕਿਉਂਕਿ ਉੱਥੇ ਵੀ ਕਿਸਾਨ ਬੈਠੇ ਨੇ। ਜਿਹੜੇ ਕਿਸਾਨ ਸਾਡੇ ਆਗੂ ਨੇ ਉਹ ਵੀ ਇੱਧਰ ਆ ਕੇ ਆਪਾਂ ਆਪਣੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਆ ਕੇ ਸਾਰਿਆਂ ਇੱਥੇ ਉਹ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤੀਆਂ, ਰੈਲੀਆਂ ਕੀਤੀਆਂ। ਤਾਂ ਉੱਥੇ ਦੇ ਜਿਹੜੇ ਕਿਸਾਨ ਤੇ ਉਹ ਵੀ ਕਿਤੇ ਨਾ ਕੁਝ ਆਪਣੇ ਘਰਾਂ ਨੂੰ ਇੱਥੇ ਆ ਕੇ ਵੀ ਚੱਲ ਕੰਮ ਕਾਰ ਕੀਤਾ ਜਾਵੇ। ਹੁਣ ਜਦੋਂ ਇਹ ਆਪਰੇਸ਼ਨ ਕਲੀਨ ਦੀ ਗੱਲ ਨਿਕਲ ਕੇ ਸਾਹਮਣੇ ਆਈ ਆ, ਤਾਂ ਹੁਣ ਦੁਬਾਰਾ ਫਿਰ ਆ ਜਿਹੜੇ ਕਿਸਾਨ ਆ ਉਹਨਾਂ ਨੇ ਵੀਰਾਂ ਘੱਤ ਕੇ ਦਿੱਲੀ ਵੱਲ ਨੂੰ ਸ਼ੁਰੂ ਕਰ ਦਿੱਤੀਆਂ। ਤੇ ਦਿੱਲੀ ਦੇ ਵਿੱਚ ਫਿਰ ਆ ਜਿਹੜਾ ਕਿਸਾਨਾਂ ਦਾ ਜਮਾਵੜਾ ਜਿਹੜਾ ਲੱਗਣਾ ਸ਼ੁਰੂ ਹੋ ਗਿਆ। ਪਰ ਫਿਰ ਗੱਲ ਉੱਥੇ ਇਹੀ ਨਿਕਲ ਕੇ ਆਉਂਦੀ ਆ ਕਿ ਕਲੀਨ ਆ ਜਿਹੜਾ ਉਹਨਾਂ ਨੇ ਕਰਨਾ ਜਾਂ ਹੋਵੇਗਾ ਜਾਂ ਨਹੀਂ ਹੋਵੇਗਾ, ਜਾਂ ਕਿਸਾਨਾਂ ਦਾ ਉੱਥੇ ਜਮਾਵੜਾ ਫਿਰ ਕਿੰਨਾ ਕੁ ਲੱਗਦਾ ਹੈ, ਕਿੰਨਾ ਕੁ ਇਕੱਠ ਹੁੰਦਾ ਹੈ। ਗੱਲ ਇਹ ਆ ਕਮਲ ਜੀ ਵੀ ਇਹ ਸਾਰੇ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਨੂੰ ਤੇ ਕਿਸਾਨਾਂ ਨੂੰ ਸੋਚ ਵਿਚਾਰ ਕੇ ਹੁਣ ਜਿਹੜੀ ਗੱਲ ਨੂੰ ਉਹ ਕਰਨਾ ਚਾਹੀਦਾ ਹੈ। ਦੇਖੋ, ਸਤੰਬਰ ਤੋਂ ਲੈ ਕੇ ਇਹ ਜਦੋਂ ਸਤੰਬਰ ਦੇ ਵਿੱਚ ਇਹ ਜਿਹੜੇ ਆਰਡੀਨੈਂਸ ਲੈ ਕੇ ਆਉਂਦਾ ਤਾਂ ਜੂਨ ਦੇ ਵਿੱਚ ਉਹ ਸਤੰਬਰ ਦੇ ਵਿੱਚ ਇਹ ਕਾਨੂੰਨ ਬਣ ਗਏ। ਉਹ ਤੋਂ ਬਾਅਦ ਇਹ 27 ਨਵੰਬਰ ਨੂੰ ਦਿੱਲੀ ਚੱਲੋ ਤਾਂ ਇਹਨਾਂ ਨੇ ਅੰਦੋਲਨ ਕੀਤਾ। 27 ਤਰੀਕ ਤੋਂ ਬਾਅਦ, ਨਵੰਬਰ ਤੋਂ ਬਾਅਦ ਹੁਣ ਤੁਸੀਂ ਦੇਖ ਲਓ ਕਿੰਨੇ ਮਹੀਨੇ ਹੋ ਗਏ। ਤੁਸੀਂ ਕਿੰਨੀ ਦੇਰ ਉੱਥੇ ਹੋਰ ਆ ਜਿਹੜਾ ਇਹ ਅੰਦੋਲਨ ਚੱਲਦਾ ਰਹੂਗਾ। ਕਿਸਾਨ ਆ ਜਿਹੜੇ ਅੰਦੋਲਨ ਚਲਾਈ ਜਾਊਗੇ। ਇਹ ਸਰਕਾਰਾਂ ਵਾਸਤੇ ਸੋਚਣ ਵਿਚਾਰਨ ਦੀ ਗੱਲ ਹੁੰਦੀ ਹੈ। ਜਿਹੜਾ ਤੁਸੀਂ ਕੋਈ ਕਾਨੂੰਨ ਬਣਾਉਂਦੇ ਆ ਉਹ ਲੋਕਾਂ ਵਾਸਤੇ ਬਣਾਉਂਦੇ ਆ। ਜਦੋਂ ਉਹ ਕਿਸੇ ਧਿਰ ਨੂੰ ਕਾਨੂੰਨ ਆ ਜਿਹੜੇ ਸਹਿਮਤ ਨਹੀਂ ਜਾਂ ਕਾਨੂੰਨ ਉਹ ਉਹਨਾਂ ਨੂੰ ਲੱਗ ਰਿਹਾ ਵੀ ਉਹਨਾਂ ਵਾਸਤੇ ਔਖੇ ਆ, ਤਾਂ ਤੁਹਾਨੂੰ ਇਸ ਗੱਲ ਪਰ ਜਿੱਦ ਨਹੀਂ ਕਰਨੀ ਚਾਹੀਦੀ, ਤੁਹਾਨੂੰ ਜਿੱਦ ਛੱਡ ਦੇਣੀ ਚਾਹੀਦੀ ਆ। ਜਾਂ ਤੁਹਾਨੂੰ ਇਹ ਹੋਣਾ ਚਾਹੀਦਾ ਵੀ ਜਿਹੜੇ ਕੋਈ ਕਾਨੂੰਨ ਬਣੇ ਆ ਉਹਨੂੰ ਪਹਿਲਾਂ ਇੱਕ ਸਟੇਟ ਪਰ ਇੰਪਲੀਮੈਂਟਸ ਕਰਕੇ ਦੇਖ ਲਵੇ। ਫਾਰ ਦਾ ਐਗਜ਼ੈਂਪਲ ਵਾਸਤੇ ਉਹਨੂੰ ਕਹਿ ਵੀ ਇਹ ਇੱਕ ਸਟੇਟ ਵਾਸਤੇ ਲਾਗੂ ਕੀਤਾ ਜਾਊਗੇ। ਉਹ ਤੋਂ ਬਾਅਦ ਜੇਕਰ ਇਹ ਕਿਸਾਨਾਂ ਵਾਸਤੇ ਜਾਂ ਕਿਸੇ ਵੀ ਦੇਸ਼ ਲੋਕਾਂ ਵਾਸਤੇ ਜਿਸ ਵਾਸਤੇ ਤੁਸੀਂ ਲਾਗੂ ਕਰਦੇ ਆ ਵੀ ਉਹ ਟ੍ਰਾਇਲ ਬੇਸਿਸ ਦੇ ਪਰ ਅਸੀਂ ਚਲਾ ਰਹੇ ਹਾਂ, ਜੇਕਰ ਇਹ ਠੀਕ ਰਿਹਾ ਤਾਂ ਇਹਨੂੰ ਪੂਰੇ ਪੰਜਾਬ ਵਿੱਚ, ਪੂਰੇ ਦੇਸ਼ ਵਿੱਚ ਜਾਂ ਪੂਰੇ ਕਿਤੇ ਹਰਿਆਣਾ 'ਚ ਕਿਤੇ ਵੀ ਹੋ ਵੀ ਲਾਗੂ ਕੀਤਾ ਜਾਏਗਾ। ਫਿਲਹਾਲ ਟ੍ਰਾਇਲ ਬੇਸਿਸ 'ਚ ਕਰਨਾ ਚਾਹੀਦਾ। ਹੁਣ ਇੰਨਾ ਵਧੀਆ ਸਿਸਟਮ ਆ ਜਿਹੜਾ ਪੰਜਾਬ ਅਤੇ ਹਰਿਆਣਾ ਦੇ ਵਿੱਚ ਮੰਡੀਕਰਨ ਦਾ ਸਿਸਟਮ ਚੱਲ ਰਿਹਾ, 2 ਰਾਜਾਂ ਦੇ ਵਿੱਚ ਇੰਨਾ ਵਧੀਆ ਸਿਸਟਮ ਚੱਲ ਰਿਹਾ। ਚਾਹੀਦਾ ਤਾਂ ਇਹ ਸੀਗਾ ਵੀ ਜਿਹੜਾ ਇਹ ਮੰਡੀਕਰਨ ਸਿਸਟਮ ਇੱਥੇ ਚੱਲਦਾ, ਇਹ ਸਿਸਟਮ ਆ ਜਿਹੜਾ ਹੋਰ ਰਾਜਾਂ ਵਿੱਚ ਵੀ ਸ਼ੁਰੂ ਕੀਤਾ ਜਾਂਦਾ। ਹੋਰ ਰਾਜਾਂ ਦੇ ਜਿਹੜੇ ਕਿਸਾਨ ਆ ਉਹਨਾਂ ਨੂੰ ਵੀ ਇਹ ਸਰਕਾਰੀ ਸਿਸਟਮ ਦਾ ਲਾਭ ਮਿਲਣਾ ਚਾਹੀਦਾ ਤਾ।
ਤੁਸੀਂ ਉਹ ਚੀਜ਼ ਜਿਹੜੀ ਬਾਕੀ ਸੂਬਿਆਂ ਨੂੰ ਨਹੀਂ ਮਿਲਦੀ ਕਿਸਾਨਾਂ ਨੂੰ, ਉਹ ਜਿਹੜਾ ਚੰਗਾ ਭਲਾ ਸਿਸਟਮ ਚੱਲ ਰਿਹਾ ਤਾਂ ਪੰਜਾਬ ਤੇ ਹਰਿਆਣਾ ਵਿੱਚ, ਤੁਸੀਂ ਉਹਨੂੰ ਵੀ ਤੋੜਨ ਜਾ ਰਹੇ ਆ। ਇਹ ਗੱਲ ਪੰਜਾਬ ਦਾ ਕਿਸਾਨ ਆ ਜਿਹੜਾ ਚੰਗੀ ਤਰ੍ਹਾਂ ਸਮਝਦਾ। ਇਸ ਕਰਕੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਨੇ ਜਿਹਨਾਂ ਨੂੰ MSP ਮਿਲ ਰਹੀ ਆ ਫਸਲਾਂ ਪਰ, ਖਾਸ ਕਰਕੇ ਕਣਕ ਤੇ ਝੋਨੇ ਪਰ, ਬਾਕੀ ਜਗ੍ਹਾ ਨਹੀਂ ਮਿਲ ਰਹੀ। ਉਹ ਜਿਹੜੇ ਇਹ ਪੰਜਾਬ ਦੇ ਹਰਿਆਣਾ ਦੇ ਕਿਸਾਨਾਂ ਨੇ ਦੂਜੇ ਜਿਹੜੇ ਸੂਬਿਆਂ ਦੇ ਕਿਸਾਨ ਆ ਉਹਨਾਂ ਨੂੰ ਸੁਚੇਤ ਕਰ ਦਿੱਤਾ। ਹੁਣ ਹੋ ਕਿਆ ਗੱਲ ਰਹੀ ਆ ਕਿ ਦੂਜੇ ਜਿਹੜੇ ਸੂਬਿਆਂ ਦੇ ਕਿਸਾਨ ਨੇ, ਦੇਸ਼ ਭਰ ਦੇ ਕਿਸਾਨ ਨੇ, ਉਹ ਵੀ ਆਪਣੀ MSP ਦੀ ਗੱਲ ਕਰਨ ਲੱਗ ਗਏ ਕਿ ਸਾਨੂੰ ਵੀ ਹੁਣ MSP ਦੀ ਜਿਹੜੀਆਂ ਹਰੇਕ ਫਸਲਾਂ ਪਰ ਮਿਲਣੀ ਚਾਹੀਦੀ ਆ। ਇਸੇ ਕਰਕੇ ਹੁਣ ਦੇਸ਼ ਦੇ ਕਿਸਾਨ ਜਿਹੜੇ ਇਕੱਠੇ ਹੋ ਗਏ, ਸਰਕਾਰ ਵਾਸਤੇ ਜਿਹੜਾ ਇਹ ਸੰਘਰਸ਼ ਆ, ਜਿਹੜਾ ਕਿਸਾਨ ਅੰਦੋਲਨ ਆ, ਉਹਦੇ ਗਲੇ ਦੀ ਹੱਡੀ ਬਣ ਗਿਆ। ਸਿਰ ਕੋਰੋਨਾ ਦਾ ਸੰਕਟ ਜਿਸ ਤਰ੍ਹਾਂ ਪੂਰੇ ਵਿਸ਼ਵ ਤੇ ਹਾਵੀ ਹੋਇਆ ਹੈ, ਹੁਣ ਅੰਕੜੇ ਬਹੁਤ ਜ਼ਿਆਦਾ ਵੱਧ ਰਹੇ ਨੇ ਔਰ ਇੱਕ ਨਵੀਂ ਚੁਣੌਤੀ ਜਿਹੜਾ ਆਕਸੀਜਨ ਲੈਵਲ ਦੇਸ਼ ਦੇ ਵਿੱਚ ਬਹੁਤ ਘਟ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਵੀ ਰਾਤੀ ਸੰਬੋਧਨ ਕੀਤਾ ਔਰ ਦੱਸਿਆ ਤੇ ਇੱਕ ਨਾਸਿਕ ਦੇ ਵਿੱਚ ਅੱਜ ਹਸਪੀਟਲ ਦੇ ਵਿੱਚ ਘਟਨਾ ਹੋਈ ਹੈ ਜਿੱਥੇ ਆਕਸੀਜਨ ਗੈਸ ਲੀਕ ਹੋਈ ਹੈ। ਆਕਸੀਜਨ ਕਿਤੇ ਘੱਟ ਹੈ ਤੇ ਕਿਤੇ ਲੀਕ ਹੋ ਰਹੀ ਹੈ। ਦੇਖੋ ਕਮਲ ਜੀ, ਜਿਹੜੀ ਇਹ ਨਾਸਿਕ ਦੇ ਵਿੱਚ ਜ਼ਾਕਿਰ ਹੁਸੈਨ ਹਸਪੀਟਲ ਦੀ ਜਿਹੜੀ ਇਹ ਘਟਨਾ ਹੈ ਸਾਹਮਣੇ ਆਈ ਹੈ ਕਿ ਉੱਥੇ ਜਿਹੜੀ ਗੈਸ ਆ ਲੀਕ ਹੋ ਗਈ। ਆਕਸੀਜਨ ਲੀਕ ਹੋਣ ਨਾਲ ਉੱਥੇ ਹੋਇਆ ਕਿ ਇੱਕ ਤਾਂ ਵੈਸੇ ਜਦੋਂ ਲੀਕ ਹੋ ਗਈ ਅਫੜਾ ਦਫੜੀ ਮੱਚ ਗਈ। ਜਿਹੜੇ ਉੱਥੇ ਦੱਸਿਆ ਜਾਂਦਾ 171 ਦੇ ਜਿਹੜੇ ਕਰੀਬ ਜਿਹੜੇ ਮਰੀਜ਼ ਆ ਉਹ ਦਾਖਲ ਸੀਗੇ। 21 ਮਰੀਜ਼ਾਂ ਨੂੰ ਆਕਸੀਜਨ ਲੱਗੀ ਹੋਈ ਸੀ। ਜਦੋਂ ਲੀਕ ਹੋ ਗਈ, ਆਕਸੀਜਨ ਬੰਦ ਹੋ ਗਈ, ਤਾਂ ਜਿਹੜੇ ਉਹ ਵੈਂਟੀਲੇਟਰ ਪਰ ਮਰੀਜ਼ ਸੀਗੇ, ਆਕਸੀਜਨ ਜਿਹਨਾਂ ਨੂੰ ਲੱਗੀ ਹੋਈ ਸੀ, ਉਹ 21 ਮਰੀਜ਼ਾਂ ਦੀ ਤਾਂ ਹੁਣ ਤੱਕ ਮੌਤ ਹੋ ਗਈ ਜੋ ਰਿਪੋਰਟਾਂ ਆ ਸਾਹਮਣੇ। ਕਾਫੀ ਹਲੇ ਜਿਹੜੇ ਗੰਭੀਰ ਆ ਉਹ ਚੱਲ ਰਹੇ ਆ, ਹਲੇ ਪਤਾ ਨਹੀਂ ਲੱਗਿਆ ਕਿ ਉਹ ਗੈਸ ਆ ਜਿਹੜੀ ਕਿਵੇਂ ਲੀਕ ਹੋਈ ਹੈ। ਤਕਨੀਕੀ ਕਾਰਨ ਹੋ ਸਕਦੇ ਨੇ ਕਈ ਨਾ ਕੋਈ, ਹੁਣ ਆਪਾਂ ਇਹਦੇ ਵਿੱਚ ਇਹ ਤਾਂ ਪਤਾ ਨਹੀਂ ਲੱਗ ਸਕਦਾ ਵੀ ਇੱਕਦਮ ਕਿਆ ਕਾਰਨ ਹੋਏ ਨੇ। ਕੋਈ ਨਾ ਕੋਈ ਕਾਰਨ ਤਕਨੀਕੀ ਜ਼ਰੂਰ ਹੋਇਆ ਜਿਹਦੇ ਕਰਕੇ ਉਹ 21 ਵਿਅਕਤੀ ਆ ਜਿਹੜੇ ਮੌਤ ਤੇ ਜ਼ਿੰਦਗੀ ਨਾਲ ਲੜਾਈ ਲੜ ਰਹੇ ਸਨ ਤੇ ਉਹਦੇ 'ਚ ਜਿਹੜੀ ਮੌਤ ਜਿੱਤ ਗਈ, ਉਹਨਾਂ ਦੀ ਆਕਸੀਜਨ ਆ ਜਿਹੜੀ ਘਾਟ ਆ ਉਹਨਾਂ ਦੀ ਮੌਤ ਦਾ ਕਾਰਨ ਬਣ ਗਈ ਤੇ ਉਹ ਆਪਣੀ ਜ਼ਿੰਦਗੀ ਤੋਂ ਰੁਖਸਤ ਹੋ ਗਏ ਨੇ। ਦੂਜੇ ਪਾਸੇ ਇਹ ਗੱਲ ਠੀਕ ਆ ਤੁਹਾਡੀ ਕਿ ਪੂਰੇ ਦੇਸ਼ ਭਰ ਦੇ ਵਿੱਚ ਜਿਹੜੀਆਂ ਰਿਪੋਰਟਾਂ ਆ ਰਹੀਆਂ, ਸਾਰੇ ਸੂਬਿਆਂ ਦੇ ਵਿੱਚੋਂ ਆ ਰਹੀਆਂ ਕਿ ਜਿਹੜੀ ਆਕਸੀਜਨ ਦੀ ਲਗਾਤਾਰ ਕਮੀ ਜਿਹੜੀ ਚੱਲ ਰਹੀ ਹੈ। ਪਿਛਲੇ ਦਿਨਾਂ ਦੇ ਵਿੱਚ ਆਪਣੇ ਵੀ ਪੰਜਾਬ ਦੇ ਵਿੱਚ ਵੀ ਸਰਕਾਰ ਨੇ ਜਿਹੜੀਆਂ ਫੈਕਟਰੀਆਂ ਉਹਨਾਂ ਦੇ ਵਿੱਚ ਜਿਹੜੀ ਆਕਸੀਜਨ ਆ ਉਹਦੇ 'ਚ ਕੱਟ ਲਾਇਆ ਤੇ ਉਹ ਜਿਹੜੇ ਹਸਪੀਟਲ ਤੇ ਉਹਨਾਂ ਨੂੰ ਵੱਧ ਗੈਸ ਦੇਣ ਵਾਸਤੇ ਜਿਹੜੇ ਆਰਡਰ ਦਿੱਤੇ ਗਏ ਨੇ, ਕਿਉਂਕਿ ਲਗਾਤਾਰ ਜਿਹੜੀ ਮਰੀਜ਼ਾਂ ਦੀ ਗਿਣਤੀ ਆ ਉਹ ਵੱਧਦੀ ਜਾ ਰਹੀ ਆ। ਸੈਂਪਲਿੰਗ ਵੱਧ ਹੋ ਰਹੀ ਆ, ਜਿਉਂ-ਜਿਉਂ ਸੈਂਪਲਿੰਗ ਵੱਧ ਹੋਣ ਲੱਗ ਗਈ ਤਿਉਂ ਮਰੀਜ਼ਾਂ ਦੀ ਜਿਹੜੀ ਗਿਣਤੀ ਆ ਉਹ ਸਾਹਮਣੇ ਆਉਣ ਲੱਗ ਗਈ। ਖਾਸ ਕਰਕੇ ਜਿਹੜਾ ਯੂਕੇ ਸਟ੍ਰੇਨ ਦੀ ਜਿਹੜੀ ਆਪਾਂ ਗੱਲ ਕਰਦੇ ਆ, ਇਹ ਬਹੁਤ ਖਤਰਨਾਕ ਵਾਇਰਸ ਦੱਸਿਆ ਜਾ ਰਿਹਾ ਤੇ ਉਹਦੇ ਕਰਕੇ ਜਿਹੜੇ ਮਰੀਜ਼ਾਂ ਦੀ ਗਿਣਤੀ ਆ ਉਹ ਵੱਧਦੀ ਜਾ ਰਹੀ ਆ। ਹਸਪਤਾਲਾਂ ਦੇ ਵਿੱਚ ਗਿਣਤੀ ਵੱਧ ਗਈ। ਆਪਣੇ ਜਿਹੜੇ PGI ਆ ਉਹਦੇ ਵਿੱਚ ਵੀ ਬੈੱਡ ਆ ਜਿਹੜੇ ਪੂਰੇ ਹੋ ਗਏ ਨੇ, ਮਤਲਬ ਕਮੀਆਂ ਬੈੱਡਾਂ ਦੀ ਆ ਰਹੀ ਨਹੀਂ ਲਗਾਤਾਰ। ਇਸੇ ਕਰਕੇ ਜਿਹੜੀਆਂ ਸਰਕਾਰਾਂ ਵਾਰ-ਵਾਰ ਆਪਣੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀਆਂ ਕਹਿ ਰਹੇ ਆ ਵੀ ਪ੍ਰੇਰਿਤ ਕਰ ਰਹੇ, ਆਪਣੇ ਘਰਾਂ ਦੇ ਵਿੱਚ ਰਹੋ, ਲੋਕਾਂ 'ਚ ਨਾ ਜਾਓ, ਇਕੱਠ ਨਾ ਕਰੋ ਤੇ ਜਿਹੜੀਆਂ ਮਾਸਕ ਪਾ ਕੇ ਰੱਖੋ, ਦੂਰੀ ਬਣਾ ਕੇ ਰੱਖੋ, ਜੋ ਵੀ ਆਪਣੀਆਂ ਪ੍ਰੀਕੋਸ਼ਨ ਵਰਤ ਸਕਦੇ ਆ ਤੁਸੀਂ। ਇਲਾਜ ਨਾਲੋਂ ਪਰਹੇਜ਼ ਚੰਗਾ ਉਹ ਰੱਖ ਸਕਦੇ, ਰੱਖਣਾ ਚਾਹੀਦਾ। ਪਰ ਕਿਤੇ ਨਾ ਕਿਤੇ ਸਾਡੇ ਲੋਕ ਆ ਜਿਹੜੇ ਉਹ ਵੀ ਨਹੀਂ ਸੰਭਲ ਰਹੇ। ਉਹਨਾਂ ਨੂੰ ਇਹ ਲੱਗੀ ਜਾਂਦਾ ਵੀ ਪਤਾ ਨਹੀਂ ਵੀ ਕਰੋਨਾ ਹੈ ਨਹੀਂ, ਮਖੌਲ ਵੀ ਕੀਤਾ ਜਾ ਰਿਹਾ ਜੋ ਸੋਸ਼ਲ ਮੀਡੀਆ ਪਰ ਆ ਰਿਹਾ। ਪਰ ਜਿਨ੍ਹਾਂ ਦਾ ਨੁਕਸਾਨ ਹੋ ਰਿਹਾ ਲਗਾਤਾਰ, ਜੋ ਹੁਣ ਆਪਾਂ ਦੇਖਦੇ ਆ ਆਪਣੇ ਕਿੰਨੇ ਪੱਤਰਕਾਰ ਭਾਈਚਾਰੇ ਨਾਲ ਸੰਬੰਧਿਤ ਕਿੰਨੇ ਪੱਤਰਕਾਰ ਆ ਜਿਹੜੇ ਇਸ ਜ਼ਿੰਦਗੀ ਤੋਂ ਰੁਖਸਤ ਤੋਂ ਚਲੇ ਗਏ ਨੇ, ਕਿੰਨੇ ਹੋਰ ਲੋਕ ਆ ਜਿਹਨਾਂ ਨੂੰ ਆਪਾਂ ਜਾਣਦੇ ਆ ਜਾਂ ਜਿਨ੍ਹਾਂ ਬਾਰੇ ਸੁਣਦੇ ਨੇ। ਪਰ ਕਿਤੇ ਨਾ ਕਿਤੇ ਬਿਮਾਰੀ ਹੈ। ਜੇ ਉਹਨਾਂ ਨੂੰ ਇਹ ਲੱਗਦਾ, ਜਿਹੜੇ ਬੰਦੇ ਮਖੌਲ ਕਰਦੇ ਨੇ, ਟਿੱਚਰਾਂ ਕਰਦੇ ਨੇ ਸੋਸ਼ਲ ਵੀ ਨਹੀਂ ਹੈ, ਪਰ ਜੇ ਸਰਕਾਰ ਕਹਿੰਦੀ ਹੈ ਵੀ ਤੁਸੀਂ ਪਰਹੇਜ਼ ਰੱਖ ਲਓ, ਰੱਖ ਲੈਣਾ ਚਾਹੀਦਾ। ਹੁਣ ਅੱਜ ਲੋਕਡਾਊਨ ਲੱਗਾ ਹੋਇਆ ਚੰਡੀਗੜ੍ਹ ਦੇ ਵਿੱਚ, ਤੁਸੀਂ ਦੇਖੋ ਸਾਰੀਆਂ ਸੜਕਾਂ ਸੁੰਨੀਆਂ ਹੋਈਆਂ ਪਈਆਂ ਨਾ, ਸਾਰੇ ਬਾਜ਼ਾਰ ਬੰਦ ਆ। ਤੇ ਜੇ ਇਹ ਲੋਕਡਾਊਨ ਕਰਦੇ ਨੇ ਜਾਂ ਬੰਦ ਕਰਦੇ ਨੇ, ਇਹਦਾ ਫਾਇਦਾ ਇਹ ਹੁੰਦਾ ਵੀ ਜਿਹੜੀ ਤੁਹਾਡੀ ਸੰਪਰਕ ਆ ਉਹ ਟੁੱਟਦਾ, ਅੱਗੇ ਫੈਲਣ ਤੋਂ ਉਹ ਉਹਦੇ 'ਚ ਬਚਾਅ ਹੁੰਦਾ ਵੀ ਇਹ ਲਾਗ ਆ ਜਿਹੜਾ ਉਹ ਅੱਗੇ ਨਹੀਂ ਹੋ ਰਿਹਾ। ਅੱਜ ਬੁੱਧਵਾਰ ਨੂੰ ਇਹਨਾਂ ਨੇ ਪੂਰੇ ਜਿਹੜਾ ਚੰਡੀਗੜ੍ਹ ਹੋ ਗਿਆ, ਪੰਚਕੂਲਾ ਹੋ ਗਿਆ, ਮੋਹਾਲੀ ਹੋ ਗਿਆ, ਇਹ ਪੂਰੇ ਇਹਦੇ ਟਰਾਈ ਸਿਟੀ ਦੇ ਵਿੱਚ ਬੰਦ ਕੀਤਾ ਹੋਇਆ। ਐਤਵਾਰ ਨੂੰ ਫਿਰ ਪੰਜਾਬ ਦੇ ਵਿੱਚ ਯਾਰ ਚੰਡੀਗੜ੍ਹ ਦੇ ਵਿੱਚ ਲੋਕਡਾਊਨ ਲੱਗ ਜਾਣਾ। ਇਹਨਾਂ ਕਿਤੇ ਨਾ ਕਿਤੇ ਜਿਹੜਾ ਫੈਲਾਅ ਇਹ ਉਹ ਰੁਕੂਗਾ। ਇਹ ਚੰਗੀ ਗੱਲ ਆ
ਕਿ ਜਦੋਂ ਸਰਕਾਰਾਂ ਕਹਿੰਦੀਆਂ ਸੁਚੇਤ ਕਰਦੀਆਂ ਤਾਂ ਪਬਲਿਕ ਨੂੰ ਥੋੜ੍ਹੀ ਬਹੁਤੀ ਹੈ ਜਿਹੜੀ ਸਰਕਾਰ ਦੀ ਗੱਲ ਨੂੰ, ਅਧਿਕਾਰੀਆਂ ਦੀ ਗੱਲ ਨੂੰ, ਡਾਕਟਰਾਂ ਦੀ ਗੱਲ ਨੂੰ ਮੰਨ ਲੈਣਾ ਚਾਹੀਦਾ ਹੈ। ਉਹ ਤੁਹਾਡੀ ਜ਼ਿੰਦਗੀ ਵਾਸਤੇ, ਤੁਹਾਡੇ ਹਿੱਤਾਂ ਵਾਸਤੇ ਗੱਲ ਕਹਿ ਰਹੇ ਨੇ ਕਿ ਤੁਹਾਡੀ ਜਿਹੜੀ ਜ਼ਿੰਦਗੀ ਆ, ਤੁਹਾਡੇ ਪਰਿਵਾਰ ਦੀ ਜ਼ਿੰਦਗੀ ਆ, ਉਹ ਸੁਰੱਖਿਅਤ ਰਹਿ ਸਕੇ। ਹਰ ਗੱਲ ਨੂੰ ਮਖੌਲ ਕਰਨਾ, ਹਰ ਗੱਲ ਨੂੰ ਟਿੱਚਰ ਦੇ ਰੂਪ ਦੇ ਵਿੱਚ ਲੈਣਾ, ਹਲਕੇ ਦੇ ਵਿੱਚ ਲੈਣਾ ਚੰਗੀ ਗੱਲ ਨਹੀਂ। ਇਹ ਬਹੁਤ ਵੱਡੀ ਪੱਧਰ 'ਤੇ ਜਾਣੀ ਕਿ ਸ਼ਾਰਟੇਜ ਆ ਜਿਹੜੀ ਉਹ ਹੌਸਪੀਟਲਾਂ ਦੇ ਵਿੱਚ ਗੈਸ ਤੇ ਆਕਸੀਜਨ ਦੀ ਵੀ ਚੱਲ ਰਹੀ ਆ, ਅਤੇ ਬੈੱਡਾਂ ਦੀ ਵੀ ਕਮੀ ਆ ਰਹੀ ਆ, ਵੈਂਟੀਲੇਟਰ ਦੀ ਵੀ ਕਮੀ ਆ। ਇਹ ਲੋਕਾਂ ਨੂੰ ਇਸ ਗੱਲ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ ਕਿ ਇਹ ਨਾ ਹੋਵੇ। ਹੁਣ ਮੈਂ ਕਈ ਜਗ੍ਹਾ ਖਬਰਾਂ ਪੜ੍ਹ ਰਿਹਾ ਸੀਗਾ ਵੀ ਕਈ ਜਗ੍ਹਾ ਦੇ ਵਿੱਚ ਤਾਂ ਸ਼ਮਸ਼ਾਨ ਘਾਟਾਂ ਦੇ ਵਿੱਚ ਵੀ ਸੰਸਕਾਰਨ ਕਰਨ ਵਾਸਤੇ ਵੀ ਤੁਹਾਨੂੰ ਉੱਥੇ ਵੇਟ ਕਰਨੀ ਪੈ ਰਹੀ ਹੈ। ਦੇਖੋ ਕਿਹੋ ਜਿਹੇ ਹਾਲਾਤ ਬਣ ਰਹੇ ਨੇ, ਕਦੇ ਕਿਸੇ ਨੇ ਇਹ ਸੋਚਿਆ ਥੋੜ੍ਹਾ ਤਾਂ ਵੀ ਇੱਦਾਂ ਦੇ ਹਾਲਾਤ ਬਣ ਜੂਗੇ। ਇਸ ਕਰਕੇ ਇਹ ਸਾਰੀਆਂ ਗੱਲਾਂ ਦੇ ਵਿੱਚ ਫਿਰ ਗੱਲ ਇਹੀ ਆ ਕਿ ਬਚਾਓ ਵਿੱਚ ਹੀ ਬਚਾਓ ਹੈ। ਬਹੁਤ ਬਹੁਤ ਸ਼ੁਕਰੀਆ ਸਰ ਸਾਡੇ ਨਾਲ ਜੁੜਨ ਲਈ। ਇਸ ਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ, ਜਿਨ੍ਹਾਂ ਦੇ ਨਾਲ ਅਸੀਂ ਸਪੈਸ਼ਲ ਰਿਪੋਰਟ ਦੇ ਵਿੱਚ ਅਹਿਮ ਮੁੱਦਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ ਔਰ ਅੱਜ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੇ ਡਰੱਗ ਰੈਕੇਟਸ ਨੇ ਉਹਨਾਂ ਦੇ ਪਰਦੇਫਾਸ਼ ਹੋ ਰਹੇ ਨੇ। ਉਹ ਖਾਸ ਤੌਰ 'ਤੇ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਮੈਨੀਫੈਸਟੋ ਦੇ ਵਿੱਚ ਨਸ਼ਾ ਖਤਮ ਕਰਨ ਦੇ ਵਾਅਦੇ ਕਰਕੇ ਸਰਕਾਰਾਂ ਬਣਦੀਆਂ ਨੇ ਔਰ ਬਾਅਦ ਵਿੱਚ ਉਹਨਾਂ ਸਰਕਾਰਾਂ ਦੇ ਨੁਮਾਇੰਦੇ ਹੀ ਡਰੱਗ ਰੈਕੇਟ ਦੇ ਵਿੱਚ ਸਭ ਤੋਂ ਵੱਧ ਸ਼ਮੂਲੀਅਤ ਜਿਹੜੀ ਰੱਖਦੇ ਨੇ। ਨਾਲ ਹੀ ਕੋਰੋਨਾ ਵਾਇਰਸ ਨੂੰ ਲੈ ਕੇ ਕੁਝ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਫਿਰ ਹਾਜ਼ਰ ਹੋਵਾਂਗੇ। ਤੁਸੀਂ ਵੇਖਦੇ ਰਹੋ ਪੰਜਾਬ ਸਟਾਰ ਟੀਵੀ। ਧੰਨਵਾਦ।